Hello, today I will help you to know about the transportation chapter of book or subject operation research। ठीक, ਇਹ ਵੀਡੀਓ ਜਿਹੜੀ ਦੋਨੋਂ ਮੋਡ 'ਚ ਹੋਊਗੀ, ਇੰਗਲਿਸ਼ ਐਂਡ ਪੰਜਾਬੀ। ਅਸੀਂ ਅੱਜ ਕਰਾਂਗੇ ਟਰਾਂਸਪੋਰਟੇਸ਼ਨ ਚੈਪਟਰ ਓਪਰੇਸ਼ਨ ਰਿਸਰਚ ਸਬਜੈਕਟ ਦਾ, ਜਿਹੜਾ ਬੀਕੌਮ 5th 6th ਸਮੈਸਟਰ 'ਚ ਸੌਰੀ। ਠੀਕ, ਟਰਾਂਸਪੋਰਟੇਸ਼ਨ ਚੈਪਟਰ ਸਾਨੂੰ ਹੈਲਪ ਕਰਦਾ ਆ ਫਾਈਂਡ ਆਊਟ ਕਰਨ ਲਈ ਮੂਵਮੈਂਟ ਆਫ ਦਾ ਗੁੱਡਸ, ਮਤਲਬ ਅਸੀਂ ਕਿਸ ਵੇ ਦੇ ਨਾਲ ਗੁੱਡਸ ਨੂੰ ਇੱਕ ਪਲੇਸ ਤੋਂ ਦੂਸਰੀ ਪਲੇਸ 'ਤੇ ਮੂਵ ਕਰੀਏ ਜਿਹਦੇ ਦੁਆਰਾ ਜਿਹੜੀ ਸਾਡੀ ਟਰਾਂਸਪੋਰਟੇਸ਼ਨ ਕਾਸਟ ਆ ਉਹ ਘੱਟ ਤੋਂ ਘੱਟ ਆਵੇ। ਇਟ ਮੀਨਸ ਇਟ ਹੈਲਪ ਅਸ ਟੂ ਫਾਈਂਡ ਆਊਟ ਦਾ ਮਿਨੀਮਮ ਕਾਸਟ ਆਫ ट्रांसपोर्टेशन। ठीक, फॉर एग्जाम्पल कि एक पर्सन को 3 वेयर हाउस ने 3 प्लांट ने, तो ट्रांसपोर्टेशन हैल्प करता है कि किस प्लांट तो किस वेयर हाउस तक गुड्स जाए ਤਾਂ ਜੋ ਮੇਰੀ ਡਿਮਾਂਡ ਤੇ ਸਪਲਾਈ ਦੀ ਰਿਕੁਆਇਰਮੈਂਟ ਵੀ ਪੂਰੀ ਹੋ ਜਾਏ ਤੇ ਮੇਰੀ ਕਾਸਟ ਵੀ ਟਰਾਂਸਪੋਰਟੇਸ਼ਨ ਦੀ ਆ ਉਹ ਮਿਨੀਮਮ ਹੋਵੇ। ਇਨ ਇੰਗਲਿਸ਼ ਵੀ ਕੈਨ ਸੇ ਦੈਟ ਇਟ ਹੈਲਪ ਅਸ ਟੂ ਨੋ ਵੈਨ ਐਂਡ ਫਰੋਮ ਵੇਅਰ ਗੁੱਡਸ ਮੂਵ ਫਰੋਮ ਵਨ ਪਲੇਸ ਟੂ ਅਨਦਰ ਸੋ ਦੈਟ ਆਰ ਕਾਸਟ ਆਫ ਮੂਵਮੈਂਟ ਇਜ਼ ਮਿਨੀਮਮ। ਓਕੇ, ਜਦੋਂ ਵੀ ਤੁਸੀਂ ਇਹ ਪ੍ਰੋਬਲਮ ਨੂੰ ਸਟਾਰਟ ਕਰਨਾ ਆ ਟਰਾਂਸਪੋਰਟੇਸ਼ਨ ਦੀ ਨੂੰ, ਤਾਂ ਤੁਸੀਂ ਚੈੱਕ ਕਰਨਾ ਕਿ ਡਿਮਾਂਡ ਤੇ ਸਪਲਾਈ ਕਿਸ ਸਾਈਡ ਤੇ ਨੇ। ਡਿਮਾਂਡ ਹਮੇਸ਼ਾ ਨੀਚੇ ਹੋਣੀ ਚਾਹੀਦੀ ਹੈ, ਸਪਲਾਈ ਹਮੇਸ਼ਾ ਇਸ ਸਾਈਡ ਤੇ ਹੋਣੀ ਚਾਹੀਦੀ ਹੈ। ਇਟ ਮੀਨਸ ਡਿਮਾਂਡ ਆਲਵੇਜ਼ ਬਿਲੋ ਐਂਡ ਸਪਲਾਈ ਆਲਵੇਜ਼ ਇਨ ਦਾ ਰਾਈਟ ਹੈਂਡ ਸਾਈਡ। if it is not at the place, then change the question. For example, if supply is there and demand is there, then you have to rotate the question। ਇਸ ਤਰ੍ਹਾਂ ਦਾ ਕੋਈ ਸਮ ਮੈਂ ਨੈਕਸਟ ਵੀਡੀਓ 'ਚ ਕਰਾ ਦਾਂਗੇ। ਠੀਕ ਆ, ਇਹ ਦੇਖਣ ਤੋਂ ਬਾਅਦ ਮਤਲਬ ਪਹਿਲਾਂ ਚੈੱਕ ਕਰਨਾ ਡਿਮਾਂਡ ਤੇ ਸਪਲਾਈ ਸੇਮ ਪਲੇਸ ਤੇ ਹੈ ਜਾਂ ਨਹੀਂ। ਉਸ ਤੋਂ ਬਾਅਦ ਚੈੱਕ ਕਰਨਾ ਕਿ ਡਿਮਾਂਡ ਦਾ ਟੋਟਲ ਸਪਲਾਈ ਦੇ ਟੋਟਲ ਦੇ ਕੀ ਹੋਵੇ ਬਰਾਬਰ। ਇਟ ਮੀਨਸ 21 + 25 + 19 65 20 + 28 + 17 65। 2 ਸਟੈਪ ਆਪਾਂ ਕਰ ਚੁੱਕੇ ਹਾਂ ਕਿ ਪਹਿਲਾਂ ਡਿਮਾਂਡ ਦੇਖਣਾ ਇਸ ਸਾਈਡ ਤੇ ਹੋਵੇ, ਸਪਲਾਈ ਇਸ ਸਾਈਡ ਤੇ ਹੋਵੇ। ਠੀਕ, ਦੈਨ ਡਿਮਾਂਡ ਦਾ ਜਿਹੜਾ ਟੋਟਲ ਆ ਉਹ ਸਪਲਾਈ ਦੇ ਟੋਟਲ ਦੇ ਕੀ ਹੋਣਾ ਚਾਹੀਦਾ ਆ ਇਕੁਅਲ। ਔਰ ਡਿਮਾਂਡ ਨੂੰ ਹੋਰ ਕੀ ਲਿਖ ਦਿੰਦੇ ਰਿਕੁਆਇਰਮੈਂਟ ਤੇ ਸਪਲਾਈ ਨੂੰ ਲਿਖਦੇ ਅਵੇਲੇਬਿਲਿਟੀ। ਇਸ ਚੈਪਟਰ ਦੇ ਵਿੱਚ 3 ਮੈਥਡ ਦੇ ਨਾਲ ਇਸ ਪ੍ਰੋਬਲਮ ਨੂੰ ਕੀ ਕੀਤਾ ਜਾਂਦਾ ਹੈ ਸੋਲਵ। ਇੱਕ ਹੈਗਾ ਨਾਰਥ ਵੈਸਟ ਕਾਰਨਰ ਮੈਥਡ, ਇੱਕ ਆ ਲੀਸਟ ਕਾਸਟ ਮੈਥਡ, ਇੱਕ ਆ ਵੈਨ। ਅੱਜ ਆਪਾਂ ਪਹਿਲੇ 2 ਮੈਥਡ ਕਰਾਂਗੇ, ਨਾਰਥ ਵੈਸਟ ਕਾਰਨਰ ਮੈਥਡ ਤੇ ਲੀਸਟ ਕਾਸਟ ਮੈਥਡ। ਅਗਰ ਇਫ ਡਿਮਾਂਡ ਇਜ਼ ਇਕੁਅਲ ਟੂ ਸਪਲਾਈ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਨੂੰ ਕਹਿੰਦੇ ਆ ਬੈਲੈਂਸਡ ਪ੍ਰੋਬਲਮ। ਇਫ ਇਟ ਇਜ਼ ਨਾਟ ਇਕੁਅਲ ਦੈਨ ਇਟ ਇਜ਼ ਅਨਬੈਲੈਂਸਡ ਪ੍ਰੋਬਲਮ। ਦੈਨ ਵੀ ਇੰਟਰੋਡਿਊਸ ਦਾ ਡਮੀ। ਇਟ ਮੀਨਸ ਜੇ ਡਿਮਾਂਡ ਤੇ ਸਪਲਾਈ ਬਰਾਬਰ ਨਹੀਂ ਤਾਂ ਅਸੀਂ ਇੰਟਰੋਡਿਊਸ ਕਰਦੇ ਹਾਂ ਡਮੀ। ਇਹ ਜਿਹੜਾ ਟੌਪਿਕ ਹੈ ਆਪਾਂ ਨੈਕਸਟ ਚੈਪਟਰ 'ਚ ਡਿਸਕਸ ਕਰਾਂਗੇ। ਇਸ ਜਿਹੜੀ ਵੀਡੀਓ 'ਚ ਮੈਂ ਸਿਰਫ ਇੰਨਾ ਕਰਾਉਣਾ ਕਿ ਤੁਸੀਂ ਇਸ ਪ੍ਰੋਬਲਮ ਨੂੰ ਸੋਲਵ ਕਿਵੇਂ ਕਰਨਾ ਨਾਰਥ ਵੈਸਟ ਕਾਰਨਰ ਮੈਥਡ ਤੇ ਲੀਸਟ ਕਾਸਟ ਮੈਥਡ ਦੇ ਨਾਲ। ਡਿਮਾਂਡ ਤੇ ਸਪਲਾਈ ਆਪਣੀ ਸੇਮ ਸਹੀ ਪੋਜੀਸ਼ਨ ਤੇ ਨੇ ਤੇ ਡਿਮਾਂਡ ਤੇ ਸਪਲਾਈ ਕੀ ਆ ਇਕੁਅਲ। ਠੀਕ, ਹੁਣ ਆਪਾਂ ਦੇਖਣਾ ਆ ਕਿ ਇਸ ਸਮ ਨੂੰ ਅਸੀਂ ਕਿਸ ਤਰ੍ਹਾਂ ਸੋਲਵ ਕਰਨਾ ਨਾਰਥ ਵੈਸਟ ਕਾਰਨਰ ਮੈਥਡ ਦੇ ਨੂੰ। ਫਸਟ ਆਫ ਆਲ ਮੈਂ ਕੀ ਕੀਤਾ, ਮੈਂ ਡਿਮਾਂਡ ਤੇ ਸਪਲਾਈ ਚੈੱਕ ਕੀਤੇ। ਓਕੇ, ਡਿਮਾਂਡ ਇਕੁਅਲ ਟੂ ਸਪਲਾਈ ਆ, ਇਟਸ ਅ ਬੈਲੈਂਸਡ ਪ੍ਰੋਬਲਮ। ਹੁਣ ਨਾਰਥ ਵੈਸਟ ਤੁਹਾਨੂੰ ਪਤਾ ਹੋਣਾ ਕਿ ਨਾਰਥ ਸਾਊਥ ਵੈਸਟ ਈਸਟ। ਨਾਰਥ ਵੈਸਟ ਕਾਰਨਰ ਮਤਲਬ ਅਸੀਂ ਨਾਰਥ ਵੈਸਟ ਕਾਰਨਰ ਤੋਂ ਸਮ ਨੂੰ ਕੀ ਕਰਨਾ ਆ ਸਟਾਰਟ, ਮਤਲਬ ਅਸੀਂ ਪਹਿਲੀ ਜਿਹੜੀ ਐਲੋਕੇਸ਼ਨ ਆ ਉਹ ਇੱਥੇ ਦੇਣੀ ਹਮੇਸ਼ਾ। ਹੁਣ ਤੁਸੀਂ ਕੀ ਦੇਖਣਾ ਕਿ ਨਾਰਥ ਵੈਸਟ ਕਾਰਨਰ ਦੇ ਵਿੱਚ ਡਿਮਾਂਡ ਕਿੰਨੀ ਆ 21, ਬਟ ਮੈਂ ਸਪਲਾਈ ਕਿੰਨੀ ਕਰ ਸਕਦਾ ਆ ਪਲਾਂਟ 20। ਹੁਣ ਫਿਰ ਅਸੀਂ ਕੀ ਕਰਾਂਗੇ, ਤੁਹਾਨੂੰ ਪਤਾ ਕਿ ਜਿੰਨੀ ਸਪਲਾਈ ਆ ਸਪਲਾਈ ਤਾਂ ਇਨਕਰੀਜ਼ ਨਹੀਂ ਹੋ ਸਕਦੀ, ਡਿਮਾਂਡ ਇਨਕਰੀਜ਼ ਡਿਕਰੀਜ਼ ਹੋ ਸਕਦੀ ਹੈ। ਮਤਲਬ ਜੇ ਮੈਂ 20 ਚੀਜ਼ਾਂ ਬਣਾਈਆਂ ਤਾਂ ਮੈਂ 20 ਚੀਜ਼ਾਂ ਹੀ ਵੇਚ ਸਕਦਾ, ਮੈਂ 20 ਤੋਂ ਵੱਧ ਨਹੀਂ ਵੇਚ ਸਕਦਾ। ਯਾਨੀ ਕਿ ਪਲਾਂਟ 1 'ਚੋਂ ਮੈਕਸਿਮਮ 20 ਚੀਜ਼ਾਂ ਹੀ ਬਾਹਰ ਜਾਣਗੀਆਂ। ਇਟ ਮੀਨਸ ਪਲਾਂਟ 1 ਕੈਨ ਸੈਂਡ ਓਨਲੀ 20 ਯੂਨਿਟਸ, ਬਟ ਵੇਅਰ ਹਾਊਸ 1 ਡਿਮਾਂਡ ਕਿੰਨੀ ਆ 21। ਤਾਂ ਅਸੀਂ ਕੀ ਕਰਨਾ ਕਿ ਅਸੀਂ ਉਹਦੀ ਵੇਅਰ ਹਾਊਸ 1 ਦੀ ਜਿਹੜੀ 20 ਦੀ ਡਿਮਾਂਡ ਆ ਉਹ ਅਸੀਂ ਪਲਾਂਟ 1 ਚੋਂ ਕੀ ਕਰ ਦਾਂਗੇ ਸੈਟਿਸਫਾਈ। ਮਤਲਬ ਅਸੀਂ ਪਲਾਂਟ 1 ਚੋਂ 20 ਦੀ ਸਪਲਾਈ ਕਿਹਨੂੰ ਦਿੱਤੀ ਵੇਅਰ ਹਾਊਸ 1 ਨੂੰ। ਹੁਣ ਪਲਾਂਟ 1 'ਚ ਕੁਛ ਬਚਿਆ ਨਹੀਂ ਬਚਿਆ ਤਾਂ ਅਸੀਂ ਆਪਣੀ ਪੈਨਸਲ ਨਾਲ ਜਾਂ ਆਪਣੇ ਦਿਮਾਗ ਨਾਲ ਸੋਚ ਲੈਣਾ ਕਿ ਹੁਣ ਪਲਾਂਟ 1 ਕੋਲ ਕੀ ਬਚਿਆ 0। ਹੁਣ ਇਹ ਹੋਰ ਕਿਸੇ ਨੂੰ ਕੁਛ ਨਹੀਂ ਦੇ ਸਕਦਾ, ਨਾ ਵੇਅਰ ਹਾਊਸ 2 ਨੂੰ ਦੇ ਸਕਦਾ, ਨਾ ਵੇਅਰ ਹਾਊਸ 3 ਨੂੰ ਦੇ ਸਕਦਾ। ਪਰ ਵੇਅਰ ਹਾਊਸ 1 ਦੀ ਡਿਮਾਂਡ ਕਿੰਨੀ ਫੁੱਲਫਿਲ ਹੋ ਗਈ 20, ਤਾਂ ਹੁਣ ਕਿੰਨਾ ਹੋਰ ਯੂਨਿਟ ਚਾਹੀਦਾ ਉਹਨੂੰ 1। ਮਤਲਬ 20 ਦੀ ਸੈਟਿਸਫੈਕਸ਼ਨ ਹੋ ਗਈ, 1 ਯੂਨਿਟ ਨੂੰ ਹੋਰ ਚਾਹੀਦਾ। ਨਾਰਥ ਵੈਸਟ ਕਾਰਨਰ ਮਤਲਬ ਜਦ ਤੱਕ ਸਾਡਾ ਨਾਰਥ ਵੈਸਟ ਕਾਰਨਰ ਖਾਲੀ ਨੂੰ ਮੈਂ ਅੱਗੇ ਮੂਵ ਨਹੀਂ ਕਰਨਾ। ਹੁਣ ਦੇਖੋ ਇੱਧਰ ਤਾਂ ਮੈਂ ਜਾ ਨਹੀਂ ਸਕਦੀ, ਤਾਂ ਮੈਂ ਨੀਚੇ ਆਈ 5 ਹੈ ਇੱਥੇ,
ਹੁਣ 5 ਦਾ ਮਤਲਬ ਪਲਾਂਟ 2 ਦੀ ਡਿਮਾਂਡ ਕਿੰਨੀ ਹੈ 28 ਤੇ ਪਲਾਂਟ 2 ਨੇ ਪਹਿਲਾਂ ਕਿਹਦੀ ਡਿਮਾਂਡ ਫੁੱਲਫਿਲ ਕਰਨੀ ਹੈ ਵੇਅਰ ਹਾਊਸ 1 ਦੀ। ਹੁਣ ਵੇਅਰ ਹਾਊਸ 1 ਦੀ 20 ਡਿਮਾਂਡ ਤਾਂ ਉੱਪਰ ਚਲੇਗੀ ਤਾਂ ਮੈਨੂੰ ਹੋਰ ਕਿੰਨੀ ਚਾਹੀਦੀ ਸੀ 1। ਪਲਾਂਟ 2 ਨੇ ਵੇਅਰ ਹਾਊਸ 1 ਨੂੰ 1 ਯੂਨਿਟ ਦੇਤਾ, ਜਾਨੀ ਕਿ ਉਹਦੀ ਡਿਮਾਂਡ ਹੁਣ ਕਿੰਨੀ ਰਹੇਗੀ 0। ਯਾਨੀ ਕਿ ਵੇਅਰ ਹਾਊਸ 1 ਦੀ 21 ਦੀ ਨੀਡ ਕੀ ਹੋਗੀ ਸੈਟੀਸਫਾਈ। ਅਸੀਂ ਹੁਣ ਵੇਅਰ ਹਾਊਸ 1 ਨੂੰ ਕੁਛ ਨਹੀਂ ਦੇਣਾ, ਪਰ ਪਲਾਂਟ 2 ਨੇ ਵੇਅਰ ਹਾਊਸ 1 ਨੂੰ ਕਿੰਨਾ ਯੂਨਿਟ ਦਿੱਤਾ 1, ਪਿੱਛੇ ਕਿੰਨਾ ਬਚਿਆ 27, ਮਤਲਬ 27 ਯੂਨਿਟ ਹੋਰ ਦੇ ਸਕਦਾ। ਹੁਣ ਆਪਣੇ ਕੋਲ ਇਸ ਰੋਜ਼ ਕੁਛ ਨਹੀਂ ਬਚਿਆ, ਇਸ ਰੋਜ਼ ਕੁਛ ਨਹੀਂ ਬਚਿਆ, ਆਪਣੇ ਕੋਲ ਕਿੰਨੇ ਬਚੇ 7 3 5 8। ਨਾਰਥ ਵੈਸਟ ਕਾਰਨਰ ਫਿਰ ਆ ਰਹੇ ਗਏ। ਹੁਣ ਆ ਗਿਆ ਵੇਅਰ ਹਾਊਸ 2, ਯਾਨੀ ਕਿ ਹੁਣ ਤੁਸੀਂ ਦੇਖਣਾ ਕਿ ਇਹਦੇ ਸਾਹਮਣੇ ਕਿੰਨਾ 27, ਮਤਲਬ ਪਲਾਂਟ 2 ਕਿੰਨੇ ਦੇ ਸਕਦਾ 27, ਪਰ ਵੇਅਰ ਹਾਊਸ 2 ਨੇ ਤਾਂ ਡਿਮਾਂਡ ਹੀ 25 ਕੀਤੀ ਆ, ਠੀਕ ਆ, ਤੇ ਇਹਦਾ ਮਤਲਬ ਅਸੀਂ ਇੱਥੇ ਕਿੰਨੇ ਦੇਵਾਂਗੇ 25। ਹੁਣ ਜਿੰਨੀ ਉਹਨੇ ਡਿਮਾਂਡ ਕੀਤੀ ਉਨੀ ਹੀ ਦੇਵਾਂਗੇ, ਤੋਂ ਵੱਧ ਤਾਂ ਦੇ ਨਹੀਂ ਸਕਦੇ, ਤਾਂ ਇਹ ਕੀ ਹੋ ਗਿਆ 0, ਮਤਲਬ ਇਹਦੀ ਡਿਮਾਂਡ ਕੀ ਹੋ ਗਈ ਫੁੱਲਫਿਲ। ਇਹਦਾ ਮਤਲਬ ਪਲਾਂਟ 2 ਨੇ ਵੇਅਰ ਹਾਊਸ 2 ਨੂੰ ਦਿੱਤੇ 25, ਹੁਣ ਇਹਦੇ ਕੋਲ ਕਿੰਨੇ ਯੂਨਿਟ ਬਚੇ ਆ 2। ਹੁਣ ਫਿਰ ਨਾਰਥ ਵੈਸਟ ਕਾਰਨਰ ਤਾਂ ਆਪਣੇ ਕੋਲ ਆ ਬਚ ਗਿਆ। ਹੁਣ ਵੇਅਰ ਹਾਊਸ 3 ਇਹ ਕਹਿੰਦਾ ਮੈਨੂੰ ਟੋਟਲ 19 ਯੂਨਿਟ ਚਾਹੀਦੇ ਆ, ਪਰ ਪਲਾਂਟ 2 ਕਹਿੰਦਾ ਮੈਂ ਸਿਰਫ 2 ਦੇ ਸਕਦਾ, ਤਾਂ ਉਹਨੇ 2 ਦੇਤੇ, ਤਾਂ ਇਹਦਾ ਹੋ ਗਿਆ 0। ਇਹਦਾ ਮਤਲਬ ਹੁਣ ਇਹ ਕਿਸੇ ਨੂੰ ਕੁਛ ਨਹੀਂ ਦੇ ਸਕਦਾ, ਤਾਂ ਹੁਣ ਬਚਿਆ ਕਿਹੜਾ ਸਿਰਫ 8, ਤੇ ਮੇਰੇ ਕੋਲ ਇਹ 19 ਚੋਂ 2 ਯੂਨਿਟ ਤਾਂ ਮਿਲ ਗਏ, ਬਾਕੀ ਕਿੰਨੇ ਰਹਿ ਗਏ 17। ਪਲਾਂਟ 3 ਕੋਲ 17 ਨੇ ਤੇ ਵੇਅਰ ਹਾਊਸ 3 ਦੀ ਡਿਮਾਂਡ ਵੀ ਕਿੰਨੀ ਰਹੇਗੀ 17, ਤਾਂ ਮੈਂ ਪਲਾਂਟ 3 ਚੋਂ ਇਹਨੂੰ ਕੀ ਦੇਤੇ 17 ਯੂਨਿਟ, ਮਤਲਬ ਇਹ ਵੀ 0 ਇਹ ਵੀ 0। ਇਨ ਸ਼ਾਰਟ ਕਿ ਅਸੀਂ ਆਹ ਸਾਰੀਆਂ ਚੀਜ਼ਾਂ ਸਪਲਾਈ ਵੀ 0 ਕਰਨੀ ਹੈ, ਡਿਮਾਂਡ ਵੀ 0 ਕਰਨੀ ਹੈ, ਨਾਰਥ ਵੈਸਟ ਕਾਰਨਰ ਤੋਂ ਸਟਾਰਟ ਹੋਣਾ ਹੈ। ਇਹ ਸੀਗਾ ਬੇਸਿਕਲੀ ਸਮਝਾਉਣ ਦਾ ਤਰੀਕਾ। ਅਗਰ ਜੇ ਤੁਸੀਂ ਇਹਨੂੰ ਰੱਟਾ ਮਾਰਨਾ ਚਾਹੁੰਦੇ ਤਾਂ ਰੱਟਾ ਵੀ ਮਾਰ ਸਕਦੇ ਹੋ ਕਿ ਡਿਮਾਂਡ ਤੇ ਸਪਲਾਈ ਦੋਨੋਂ ਜਿਹੜੀ ਚੀਜ਼ ਲੀਸਟ ਆ ਉਹ ਐਲੋਕੇਟ ਕਰ ਦੇਣੀ। ਹੁਣ ਜਿਵੇਂ ਪਹਿਲੇ 7 ਸੀ, 7 ਚ ਇੱਧਰਲੇ ਸਾਈਡ 20 ਸੀ, ਇੱਧਰਲੇ ਸਾਈਡ ਕਿੰਨਾ ਸੀ 21, ਤਾਂ ਮੈਂ 20 ਐਲੋਕੇਟ ਕੀਤੇ, ਇੱਧਰ 0 ਕਰਤਾ, ਇੱਧਰ 1 ਬਚਾ ਲਿਆ, ਠੀਕ ਹੈ। ਜਿੱਥੇ 0 ਹੋ ਗਿਆ ਉਹ ਲਾਈਨ ਖਤਮ ਹੋ ਜਾਂ ਉਹ ਰੋ ਖਤਮ ਹੋ। ਜਿਵੇਂ ਹੁਣ ਇੱਧਰ 0 ਹੋਇਆ ਤਾਂ ਆਹ ਲਾਈਨ ਗਈ, ਜਦੋਂ ਇੱਧਰ 0 ਹੋ ਗਿਆ ਤਾਂ ਆਹ ਕਾਲਮ ਗਿਆ, ਠੀਕ। ਹੁਣ ਮੇਰੇ ਕੋਲੇ ਨਾਰਥ ਵੈਸਟ ਕਾਰਨਰ ਦੇ ਮੁਤਾਬਿਕ ਮਤਲਬ ਮੈਂ ਨਾਰਥ ਵੈਸਟ ਤੋਂ ਹੀ ਸਟਾਰਟ ਕਰਨਾ, ਤਾਂ ਮੈਂ ਇੱਥੋਂ 1 ਇੱਧਰਲੀ ਸਾਈਡ ਸਿਰਫ 1 ਸੀ, ਇੱਧਰਲੀ ਸਾਈਡ ਕਿੰਨੇ ਸੀ 28, ਤਾਂ ਮੈਂ 1 ਨੂੰ ਕੀ ਕੀਤੀ ਐਲੋਕੇਸ਼ਨ ਦਿੱਤੀ, ਇੱਧਰ ਕਿੰਨੇ ਬਚ ਗਏ 27, ਤਾਂ ਇੱਧਰ ਕੀ ਹੋ ਗਿਆ 0। ਇਹ ਤੁਹਾਨੂੰ ਮੈਂ ਮੈਥਡ ਪ੍ਰੋਪਰਲੀ ਸਮਝਾ ਦਿੱਤਾ ਗਿਆ, ਨਾਰਥ ਵੈਸਟ ਕਾਰਨਰ ਮੈਥਡ। ਲੀਸਟ ਕਾਸਟ ਮੈਥਡ 'ਚ ਮੈਂ ਤੁਹਾਨੂੰ ਰੱਟੇ ਦੇ ਮੁਤਾਬਿਕ ਸਮਝਾ ਦਿੰਦੇ ਹਾਂ ਕਿ ਜੇ ਅਸੀਂ ਹਾਇਰ ਐਂਡ ਲੋਅਰ ਦੇਖਣਾ ਹੋਵੇ ਤਾਂ ਕਿਵੇਂ ਕਰਨਾ। ਇਹ ਸਮ ਆਪਣਾ ਲੀਸਟ ਕਾਸਟ ਮੈਥਡ ਦੇ ਨਾਲ ਕਰਾਂਗੇ ਆਪਾਂ, ਇਹਨੂੰ ਮੈਟ੍ਰਿਕਸ ਮਿਨੀਮਮ ਮੈਥਡ ਵੀ ਕਹਿੰਦੇ ਆ। ਪਹਿਲੇ ਮੈਥਡ 'ਚ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਆ ਇੱਕ ਤਰ੍ਹਾਂ ਦੀ ਫੈਕਟਰੀ ਆਊਟਲੈਟ ਆ, ਇਹ ਡੈਸਟੀਨੇਸ਼ਨ ਆ। ਇਹ ਫੈਕਟਰੀ ਆਊਟਲੈਟ ਕਹਿੰਦਾ ਮੈਂ 20 ਸਪਲਾਈ ਕਰ ਸਕਦਾ, ਇੱਥੇ ਅਵੇਲੇਬਿਲਿਟੀ ਲਿਖਿਆ ਹੋਇਆ, ਇੱਥੇ ਰਿਕੁਆਇਰਮੈਂਟ ਲਿਖਿਆ ਹੋਇਆ, ਡਿਮਾਂਡ ਵੀ ਸਹੀ ਥਾਂ ਤੇ, ਸਪਲਾਈ ਵੀ ਸਹੀ ਥਾਂ ਤੇ। ਰਿਕੁਆਇਰਮੈਂਟ ਨੂੰ ਡਿਮਾਂਡ ਕਹਿੰਦੇ, ਅਵੇਲੇਬਿਲਿਟੀ ਨੂੰ ਸਪਲਾਈ ਕਹਿੰਦੇ ਆ, ਠੀਕ। ਮੈਂ ਹੁਣ ਚੈੱਕ ਕਰ ਲਿਆ ਤੇ ਜਿਹੜਾ ਓਰੀਜਨ 1 ਕਹਿੰਦਾ ਮੈਂ ਸਿਰਫ 20 ਦੇ ਸਕਦਾ ਤੇ ਡੈਸਟੀਨੇਸ਼ਨ 1 ਦੀ ਡਿਮਾਂਡ ਵੀ 20 ਹੈ, ਠੀਕ। ਇਹ ਹੁਣ ਚਾਹੇ ਤੁਸੀਂ ਇੱਥੇ 20 ਦੇ ਕੇ ਦੋਨੋਂ ਪਾਸੇ 0 ਹੋ ਗਏ, ਖਤਮ ਕਹਾਣੀ ਹੈ, ਠੀਕ। ਇਹ ਮੈਂ ਤੁਹਾਨੂੰ ਪਿਛਲੇ ਮੈਥਡ 'ਚ ਦੱਸਿਆ ਸੀਗਾ, ਪਰ ਜੇ ਹੁਣ ਆਪਾਂ ਮਾਰਨਾ ਹੋਵੇ ਰੱਟਾ ਤਾਂ ਉਹ ਆਪਾਂ ਤਰੀਕਾ ਦੇਖ ਲੈਂਦੇ ਹਾਂ। ਲੀਸਟ ਕਾਸਟ ਮੈਥਡ, ਲੀਸਟ ਕਾਸਟ ਮੈਥਡ ਦਾ ਮਤਲਬ ਕੀ ਆ ਕਿ ਸਭ ਤੋਂ ਪਹਿਲੀ ਐਲੋਕੇਸ਼ਨ ਤੁਸੀਂ ਉਸ ਸੈੱਲ ਨੂੰ ਦੇਣੀ ਆ ਜਿਹਦੀ ਕਾਸਟ ਸਭ ਤੋਂ ਘੱਟ ਆ, ਇਸ ਲਈ ਕਹਿੰਦੇ ਲੀਸਟ ਕਾਸਟ ਮੈਥਡ। ਐਲੋਕੇਟ the units to the cell which has least cost, ਸਭ ਤੋਂ ਘੱਟ। ਹੁਣ ਆਪਾਂ ਨੂੰ ਪਤਾ ਹੈ ਸਾਰੀ ਕਾਸਟ ਮੈਟ੍ਰਿਸਿਸ ਹੈ, ਸਭ ਤੋਂ ਘੱਟ ਕੀ ਹੈ 1। ਹੁਣ ਇੱਕ ਇੱਥੇ ਵੀ ਹੈ, ਇੱਥੇ ਵੀ, ਇੱਥੇ ਵੀ, ਸੋਚੋ ਕਿਹਨੂੰ ਐਲੋਕੇਟ ਕਰਨਾ, ਜਿਹਨੂੰ ਮਰਜ਼ੀ ਐਲੋਕੇਟ ਕਰ ਦੋ, ਆਨਸਰ ਤੇ ਫਰਕ ਨਹੀਂ ਪਊਗਾ। ਹੁਣ ਮੰਨ ਲਓ ਮੈਂ ਇੱਥੋਂ ਸਟਾਰਟ ਕਰ ਲਿਆ, ਮੈਨੂੰ ਦਿੱਤਾ 1, ਤੁਸੀਂ ਦੇਖਿਆ 1 ਦੇ ਸਾਹਮਣੇ ਇੱਧਰ ਵੀ 20 ਹੈ, ਇੱਧਰ ਵੀ 20 ਹੈ, ਆਪਾਂ ਦੇਖਣਾ ਵਿੱਚ ਐਵਰੇਜ ਲੈਸ, ਦੋਨੋਂ ਸੇਮ ਨੇ ਤਾਂ 1 ਨੂੰ ਦਿੱਤਾ 20, ਇਹ ਵੀ 0 ਇਹ ਵੀ 0, ਮਤਲਬ ਇਸ ਲਾਈਨ 'ਚ ਹੁਣ ਮੈਂ ਹੋਰ ਕੋਈ ਐਲੋਕੇਸ਼ਨ ਨਹੀਂ ਕਰ ਸਕਦੇ। ਉਸ ਤੋਂ ਬਾਅਦ 1 ਮੇਰੇ ਕੋਲ ਹੋਰ ਪਿਆ ਆ ਪਿਆ, ਤਾਂ ਹੁਣ ਇਹਦੇ ਸਾਹਮਣੇ 10 ਆ, ਇਹਦੇ ਸਾਹਮਣੇ 40 ਹੈ, ਵਿੱਚ ਐਵਰੇਜ ਲੀਸਟ 10, ਮਤਲਬ ਮੈਂ 10 ਐਲੋਕੇਟ ਕਰਨਾ ਹੈ। 10 ਦੀ ਥਾਂ ਤੇ ਕੀ ਹੋ ਗਿਆ 0, ਇੱਥੇ ਕਿੰਨਾ ਬਚਿਆ 30, ਠੀਕ। ਹੁਣ ਆ ਗਿਆ 1 ਤੋਂ ਬਾਅਦ ਇੱਥੇ 2 3 2 5 3 6, ਸਭ ਤੋਂ ਲੀਸਟ ਕੌਣ ਆ 2, ਦੋਨਾਂ 'ਚ ਜਿਹਨੂੰ ਮਰਜ਼ੀ ਜਦੋਂ ਆਨਸਰ ਆਊਗਾ। ਹੁਣ ਮੈਂ ਇਹਨੂੰ ਦੇ ਦਿੰਦੇ ਚਲੋ, ਤਾਂ ਇੱਥੇ ਮੈਂ ਕੀ ਦੇਖਿਆ ਇਹਦੇ ਸਾਹਮਣੇ ਵੀ 30 ਹੈ, ਇਹਦੇ ਸਾਹਮਣੇ ਵੀ ਦੇ ਦੋ, ਮਤਲਬ 30 ਦੇ ਦੋ,
ਇਟ ਮੀਨਸ ਮੈਂ 30 ਐਲੋਕੇਟ ਕਰਤਾ, ਇੱਥੇ ਵੀ 0 ਬਚ ਗਿਆ, ਇੱਥੇ ਵੀ 0 ਬਚ ਗਿਆ। ਜਿਹੜੀ ਚੀਜ਼ 0 ਹੋਊਗੀ ਉਹਨੂੰ ਆਪਣੇ ਦਿਮਾਗ ਚੋਂ ਜਾਂ ਪੈਨਸਿਲ ਨਾਲ ਆਪਣੇ ਪੇਪਰ ਦੇ ਬਾਅਦ ਚ ਅਰੇਜ਼ ਕਰ ਦਿਓ, ਪੈਨਸਿਲ ਨਾਲ ਡਿਲੀਟ ਕਰ ਦਿਓ। ਹੁਣ ਮੇਰੇ ਕੋਲ ਬਚਿਆ 2 ਤੇ 3, ਤਾਂ ਆਬਵੀਅਸਲੀ ਮੈਂ ਪਹਿਲਾਂ 2 ਨੂੰ ਦੇਵਾਂਗੇ। ਇੱਥੇ ਮੇਰੇ ਕੋਲੇ ਇਹਦੇ ਸਾਹਮਣੇ 40, ਇਹਦੇ ਸਾਹਮਣੇ 20 ਹੈ, ਤਾਂ ਦੋਨਾਂ ਚੋਂ ਘੱਟ ਕੌਣ 20, ਤਾਂ ਮਤਲਬ ਇਹਨੂੰ ਮੈਂ ਕੀ ਦੇਵਾਂਗੇ 20। ਇੱਥੇ ਕੀ ਹੋ ਗਿਆ 0, 40 ਦੀ ਥਾਂ ਤੇ ਕੀ ਬਚਿਆ 20, ਇੱਧਰ 0 ਹੋਇਆ ਸੀ ਇਸ ਲਈ ਆਹ ਵਾਲੀ ਚੀਜ਼ ਗਈ। ਹੁਣ ਇੱਥੇ ਆਪਣਾ ਫਿਰ ਕਿੰਨਾ ਬਚਿਆ 20, ਇੱਧਰ ਵੀ 20, ਇੱਧਰ ਵੀ 20, ਇਟ ਮੀਨਸ ਆ ਵੀ 0, ਆ ਵੀ 0। ਤੁਸੀਂ ਇਹ ਯਾਦ ਰੱਖਣਾ, ਇਹ ਸਮ ਸੋਲਵ ਹੋਣ ਤੋਂ ਬਾਅਦ ਇਹ ਸਾਈਡ ਸਾਰੀ 0 ਹੋਣੀ ਚਾਹੀਦੀ ਹੈ, ਇਹ ਵੀ ਸਾਈਡ ਸਾਰੀ ਕੀ ਹੋਣੀ ਚਾਹੀਦੀ ਆ 0। ਹੁਣ ਚਾਹੇ ਮੈਥਡ ਲੀਸਟ ਕਾਸਟ ਹੋਵੇ, ਚਾਹੇ ਨਾਰਥ ਵੈਸਟ ਹੋਵੇ, ਚਾਹੇ ਵੈਮ ਹੋਵੇ, ਤੁਸੀਂ ਕੀ ਕੱਢਣੀ ਆ ਕਾਸਟ ਆਫ ਟਰਾਂਸਪੋਰਟੇਸ਼ਨ। ਤਾਂ ਨੀਚੇ ਕਾਸਟ ਲਿਖੋਗੇ, ਇੱਥੇ 1 ਯੂਨਿਟ ਦੀ ਕਾਸਟ ਉਹਨੇ ਕਿੰਨੀ ਲਿਖੀ ਸੀ 1, ਤੇ ਆਪਾਂ ਕਿੰਨੇ ਯੂਨਿਟ ਭੇਜੇ 20, ਯਾਨੀ ਕਿ 1 ਮਲਟੀਪਲਾਈ ਬਾਈ 20 ਪਲੱਸ दूसरी आप एलोकेशन आ ਕੀਤੀ है 2 इंटू 3। ਉਸ ਬਾਅਦ ਤੀਸਰੀ एलोकेशन ਆਪਾਂ ਇਹ ਕੀਤੀ है 1 इंटू 10। आप पहले 3 हो गए, ਹੁਣ आ गई चौथी मीन्स 20 इंटू 2। फिर आ गई अपनी लास्ट 3 इंटू 20, ये हो गया 20 प्लस 60 प्लस 10 प्लस 40 प्लस 60, 20 60 80 90 130 190। मतलब मेरी ਡੈਸਟੀਨੇਸ਼ਨ 1 ਤੇ ਓਰੀਜਨ ਦੀ ਡਿਮਾਂਡ ਤੇ ਸਪਲਾਈ ਨੂੰ ਫੁੱਲਫਿਲ ਕਰਨ ਦੇ ਵਿੱਚ ਟਰਾਂਸਪੋਰਟੇਸ਼ਨ ਕਾਸਟ ਕਿੰਨੀ ਆਊਗੀ 190। ਲੀਸਟ ਕਾਸਟ ਮੈਥਡ ਨੂੰ ਯੂਜ਼ ਕਰਕੇ ਮੈਂ ਫਾਈਂਡ ਆਊਟ ਕਰ ਲਿਆ। ਅਗਰ ਤੁਹਾਨੂੰ ਇਸ 'ਚੋਂ ਕੁਛ ਵੀ ਨਾ ਪਤਾ ਲੱਗਿਆ ਹੋਵੇ ਤਾਂ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ, ਤਾਂ ਜੋ ਮੈਨੂੰ ਪਤਾ ਲੱਗ ਜਾਏ ਵੀ ਮੈਂ ਰੱਟੇ ਵਾਲੇ ਮੈਥਡ ਨਾਲ ਸਮਝਾਉਣਾ ਜਾਂ ਅੰਡਰਸਟੈਂਡਿੰਗ ਵਾਲੇ ਮੈਥਡ ਨਾਲ ਸਮਝਾਵਾਂ, ਉਹ ਪਲੀਜ਼ ਨੀਚੇ ਕਮੈਂਟ ਕਰਕੇ ਦੱਸ ਦਿਓ। ਪਲੀਜ਼ ਕਮ ਟੂ ਨੋ me whether you want understanding or just a ratta method.